ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂੰ ਸਦਾ ਹਜ਼ੂਰ। ਆਸ਼ਟਪਦੀ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਣ ਮੈਂ ਥਾਪ ਉਥਾਪਨ ਹਾਰਾ, ਅੰਤ ਨਾਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਆਦਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਬਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਸਾਰੇ ਇੱਕ ਬਾਣੀ ਚੈਨਲ ਦੇ ਰਾਹੀਂ ਜੋ ਕਿ ਅਲੱਗ ਅਲੱਗ ਵਿਦਵਾਨਾਂ ਤੋਂ ਗੁਰਬਾਣੀ ਦਾ ਇਹ ਪ੍ਰਚਾਰ ਪ੍ਰਸਾਰ ਆਪਣੇ ਘਰਾਂ ਵਿੱਚ ਬੈਠ ਕੇ ਸ਼ਰਵਣ ਕਰ ਰਹੇ ਹੋ। ਸੋ ਆਓ ਅੱਜ ਸਤਿਗੁਰਾਂ ਦੇ ਇਸ ਬਖਸ਼ੇ ਹੋਏ ਪਾਵਨ ਬਚਨ ਦੀ ਇਹ ਵਿਚਾਰ ਕਰ ਸਕੀਏ। ਸਤਿਗੁਰੂ ਆਪ ਹੀ ਕਿਰਪਾ ਕਰਨ, ਬਖਸ਼ੋ ਅਸੀਸ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਵਨ ਬਚਨ ਆਪ ਜੀ ਨੇ ਸ਼ਰਵਣ ਕੀਤੇ ਹਨ, ਤਕਰੀਬਨ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਹ ਪੜ੍ਹਦੇ ਹਾਂ। 11ਵੀਂ ਅਸ਼ਟਪਦੀ ਵਿੱਚ ਇਹ ਆਇਆ ਹੈ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਜਿਨ੍ਹਾਂ ਨੇ ਕਿਰਪਾ ਕੀਤੀ, ਇਹ ਪਾਵਨ ਬਚਨ ਬਖਸ਼ੇ ਹਨ। ਇਸ ਪਾਵਨ ਪਹਿਲੇ ਪਦੇ ਦੇ ਵਿੱਚ ਹੁਕਮ ਦੀ ਗੱਲ ਕੀਤੀ ਹੈ ਕਿ ਹੁਕਮ ਕੀ ਹੈ। ਅਸਲ ਦੇ ਵਿੱਚ ਤਿੰਨ ਚੀਜ਼ਾਂ ਅਸੀਂ ਮੰਨਦੇ ਹਾਂ: ਹੁਕਮ, ਰਜ਼ਾ ਅਤੇ ਭਾਣਾ। ਤਿੰਨਾਂ ਦੇ ਅਰਥ ਵੱਖਰੇ ਵੱਖਰੇ ਹੋਣਗੇ। ਹੁਕਮ ਅਲੱਗ ਚੀਜ਼ ਹੈ, ਰਜ਼ਾ ਅਲੱਗ ਚੀਜ਼ ਹੈ, ਭਾਣਾ ਅਲੱਗ ਚੀਜ਼ ਹੈ। ਜਪਜੀ ਸਾਹਿਬ ਦੀ ਬਾਣੀ ਅੰਦਰ ਹੁਕਮ ਦੀ ਗੱਲ ਕੀਤੀ ਪਹਿਲੇ। ਜਿਵੇਂ ਅਸੀਂ ਪੜ੍ਹਦੇ ਹਾਂ, ਜਪ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਕਿ ਉਹ ਪ੍ਰਭੂ ਜਿਹੜਾ ਹਾ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਲਈ ਉਹ ਅਟਲ ਹੈ। ਅੱਗੇ ਅਸੀਂ ਪੜ੍ਹਦੇ ਹਾਂ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਇੱਥੇ ਸੋਚ ਦਾ ਅਰਥ ਸਾਡੀ ਦਿਮਾਗੀ ਸੋਚ ਨਹੀਂ ਹੈ। ਇੱਥੇ ਇਸ਼ਨਾਨ ਦੀ ਗੱਲ ਕੀਤੀ ਹੈ ਕਿ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਅੰਦਰ ਸੁੱਚਾ ਨਹੀਂ ਹੁੰਦਾ। ਫਿਰ ਚੁੱਪੈ ਚੁੱਪ ਨਾ ਹੋਵੇ, ਜੇ ਰਾਏ ਲਾਏ ਰਹਾ ਲਿਵਤਾਰ। ਕਿ ਚੁੱਪ ਰਹਿਣਾ ਕਿ ਇੱਕ ਅਸੀਂ ਇੱਕ ਸਾਧਨਾ ਸਮਝੀਏ ਕਿ ਭਾਈ ਅਸੀਂ ਬੋਲਣਾ ਨਹੀਂ, ਕਿ ਇਸ ਚੁੱਪ ਰਹਿਣ ਦੇ ਨਾਲ ਪਰਮਾਤਮਾ ਨੂੰ ਅਸੀਂ ਸਮਝ ਲਵਾਂਗੇ, ਜਾਂ ਪਰਮਾਤਮਾ ਦੇ ਕਰੀਬ ਹੋ ਜਾਵਾਂਗੇ, ਜਾਂ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਰ ਲਵਾਂਗੇ। ਹੁਣ ਚੁੱਪ ਰਹਿਣਾ ਇੱਕ ਕਰਮ ਕਾਂਡ ਨਹੀਂ ਹੈ, ਮगर ਚੁੱਪ ਰਹਿਣ ਦੇ ਪਿੱਛੇ ਵਿਰਤੀ ਇਹ ਹੋਵੇ ਕਿ ਸਾਧਨਾ ਮੰਨੀ ਜਾਵੇ ਕਿ ਇਹ ਚੁੱਪ ਦੀ ਸਾਧਨਾ ਕੀਤਿਆਂ ਜਾਂ ਚੁੱਪ ਸਮਾਧੀ ਲਾਇਆਂ ਕੋਈ ਸਾਨੂੰ ਆਤਮਿਕ ਲਾਭ ਪ੍ਰਾਪਤ ਹੋਵੇਗਾ। ਅਤੇ ਸਤਿਗੁਰੂ ਜੀ ਕਹਿੰਦੇ ਨੇ ਜਿਤਨੇ ਮਰਜ਼ੀ ਅਸੀਂ ਚੁੱਪੀ ਸਾਧਨਾ ਕਰ ਲਈਏ, ਜੇ ਲਾਏ ਰਹਾ ਲਿਵ ਧਾਰ। ਲਿਵ ਧਾਰ ਕਹਿੰਦੇ ਨੇ ਜਿਵੇਂ ਕੋਈ ਪਾਣੀ ਦੀ ਧਾਰ ਜਾਂ ਕਿਸੇ ਤੇਲ ਦੀ ਧਾਰ ਹੁੰਦੀ ਹੈ। ਤਾਰ ਇੱਕੋ ਲਾਈਨ 'ਚ ਇੱਕੋ ਰੇਖਾ ਵਿੱਚ ਚੱਲਦੀ ਹੈ, ਤਾਰ ਦੇ ਵਿੱਚ ਕੰਪਨ ਨਹੀਂ ਹੁੰਦੀ। ਉਹ ਜਿਹੜੀ ਧਾਰ ਪੈ ਰਹੀ ਹੈ ਉਹ ਇੱਕੋ ਲਾਈਨ ਵਿੱਚ ਪੈ ਰਹੀ ਹੈ। ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਸਾਧਨਾ ਬੰਦਾ ਇੱਕੋ ਸਲੀਬ ਧਾਰ ਦੇ ਵਿੱਚ ਲਾ ਕੇ ਵੀ ਰੱਖੇ, ਫਿਰ ਵੀ
ਪਰਮਾਤਮਾ ਨੂੰ ਪਾਣਾ ਜਾਂ ਪਰਮਾਤਮਾ ਦੇ ਪ੍ਰਤੀ ਕੋਈ ਆਤਮਿਕ ਲਾਭ ਹੋਵੇ, ਇਹ ਮਨੁੱਖ ਦਾ ਭੁਲੇਖਾ ਹੈ। ਚੁੱਪੈ ਚੁੱਪ ਨਾ ਹੋਵੀ, ਜੇ ਰਾਏ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸੈਸ ਸਿਆਣਪਾਂ ਲੱਖ ਹੋਏ। ਬੰਦਾ ਜੇ ਆਖੇ ਕਿ ਮੈਂ ਬਹੁਤ ਸਿਆਣਾ ਹਾਂ, ਮੈਂ ਜੋ ਵਿਚਾਰ ਜਾਂ ਗੱਲ ਕਰਦਾ ਹਾਂ, ਕੋਈ ਦਲੀਲ ਦਿੰਦਾ ਹਾਂ, ਮੇਰੇ ਬਰਾਬਰ ਦੀ, ਮੇਰੇ ਮੁਕਾਬਲੇ ਦੀ ਕੋਈ ਬੰਦਾ ਦਲੀਲ ਨਹੀਂ ਦੇ ਸਕਦਾ। ਆਪਣੇ ਆਪ ਨੂੰ ਜਿਵੇਂ ਆਸਾ ਦੀ ਵਾਰ ਵਿੱਚ ਆਏ, ਸਭ ਕੋ ਪੂਰਾ ਆਪੇ ਹੋਵੇ, ਘਾਟਾ ਨਾ ਕੋਈ ਆਖੇ। ਮੈਂ ਫਿਰ ਉਸੇ ਵਿਸ਼ੇ 'ਤੇ ਅਸੀਂ ਵਿਚਾਰ ਕਰਾਂਗੇ, ਹੁਕਮ ਕੀ ਹੈ। ਹੁਣ ਸੈਸ ਸਿਆਣਪਾਂ ਅੱਗੇ ਹੈ ਲੱਖ ਹੋਏ। ਹਜ਼ਾਰਾਂ ਸੈਸ ਦਾ ਅਰਥ ਹੁੰਦਾ ਹਜ਼ਾਰਾਂ ਸਿਆਣਪਾਂ। ਬੰਦਾ ਚਲਾਕ ਹੋਵੇ, ਚਤੁਰ ਹੋਵੇ, ਬੜੀ ਸਿਆਣਪ ਵਾਲੀ ਗੱਲ ਕਰੇ। ਸੰਸਾਰ ਪ੍ਰਤੀ ਜਿੰਨਾ ਮਰਜ਼ੀ ਸਿਆਣਾ ਹੋ ਜਾਵੇ, ਚਤੁਰ ਚਲਾਕ ਹੋ ਜਾਵੇ, ਪਰ ਮਹਾਰਾਜ ਕਹਿੰਦੇ ਨੇ ਤਾਂ ਇੱਕ ਨਾ ਚੱਲੇ ਨਾਲ। ਰੱਬ ਦੇ ਦਰ ਤੇ ਤੇਰੀ ਇੱਕ ਵੀ ਸਿਆਣਪ ਜਿਹੜੀ ਹੈ ਉਹ ਨਹੀਂ ਚੱਲਣੀ। ਚਤੁਰਾਈਆਂ ਸਿਆਣਪਾਂ ਕਿਤੇ ਕੰਮ ਨਾ ਆਈਏ। ਦੁਨੀਆ ਦੇ ਲੋਕਾਂ ਨੂੰ ਆਪਣੀ ਸਿਆਣਪ ਚਤੁਰਾਈ ਨਾਲ ਤੂੰ ਧੋਖਾ ਦੇ ਸਕਦਾ ਹੈ, ਮਗਰ ਉਸ ਰੱਬ ਦੀ ਦਰ ਤੇ, ਪਰਮਾਤਮਾ ਦੇ ਜਾਂ ਉਸ ਹਾਜ਼ਰ ਨਾਜ਼ਰ ਅਵਸਥਾ ਦੇ ਵਿੱਚ ਤੂੰ ਰੱਬ ਨੂੰ ਧੋਖਾ ਨਹੀਂ ਦੇ ਸਕਦਾ, ਕਿਉਂਕਿ ਉਹ ਤੇਰਾ ਸਭ ਕੁਝ ਦੇਖ ਰਿਹਾ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਉਂਦਾ। ਹਰ ਜੀਵ ਉਸ ਪਰਮਾਤਮਾ ਦੀ ਨਜ਼ਰ ਵਿੱਚ ਲੰਘ ਰਿਹਾ, ਉਸ ਦੀ ਨਜ਼ਰ ਵਿੱਚ ਹੈ। ਕੋਈ ਵੀ ਜੀਵ ਉਸ ਦੇ, ਚਾਹੇ ਉਹ ਸੂਖਸ਼ਮ ਰੂਪ ਜੀਵ ਹੈ, ਚਾਹੇ ਉਹ ਸਥੂਲ ਰੂਪ ਵਿੱਚ ਜੀਵ ਹੈ, ਸਭ ਪਰਮਾਤਮਾ ਦੀ ਨਜ਼ਰ ਵਿੱਚ ਹੈ। ਜੋ ਜੀਵ ਉਸਨੇ ਪੈਦਾ ਕੀਤਾ ਵਿੱਚ ਆਪ ਸਮੋਇਆ ਹੈ। ਸੋ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ, ਸੈਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਇਹ ਸਵਾਲ ਆ ਗਿਆ ਕਿ ਸਚਿਆਰ ਕਿਵੇਂ ਹੋਈਏ, ਕਿਵ ਕੂੜਾ ਟੁੱਟਿਆ ਪਾਲ। ਇਹ ਜਿਹੜੀ ਹਉਮੈ ਦੀ ਪਾਲ ਹੈ, ਦੀਵਾਰ ਹੈ, ਇਹ ਕਿਵੇਂ ਟੁੱਟੇਗੀ, ਸਵਾਲ ਹੈ। ਤੇ ਨਾਲ ਹੀ ਜਵਾਬ ਆਇਆ, ਹੁਕਮ ਰਜ਼ਾਈ ਚਲਨਾ ਨਾਨਕ ਲਿਖਿਆ ਨਾਲ। ਹੁਕਮ ਤੇ ਰਜ਼ਾ ਦੋ ਗੱਲਾਂ ਇੱਥੇ ਆ ਗਈਆਂ। ਹੁਕਮ ਤੇ ਰਜ਼ਾਈ ਚੱਲਣਾ, ਉਸ ਦੇ ਹੁਕਮ ਨੂੰ ਮੰਨ ਲੈਣਾ, ਉਸ ਦੇ ਹੁਕਮ ਦੇ ਮੁਤਾਬਕ ਚੱਲਣਾ। ਤੇ ਰਜ਼ਾ ਕਹਿੰਦੇ ਮਰਜ਼ੀ ਨੂੰ, ਉਹਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਮਿਲਾ ਲੈਣੀ। ਜੋ ਕਰ ਰਿਹਾ ਹੈ ਭਲਾ ਕਰ ਰਿਹਾ ਹੈ, ਉਹ ਚੰਗਾ ਕਰ ਰਿਹਾ ਹੈ। ਹੁਕਮ ਰਜ਼ਾਈ ਚੱਲਣਾ, ਇਹ ਚੱਲ ਰਿਹਾ ਹੈ, ਨਿਰੰਤਰ ਚੱਲ ਰਿਹਾ ਹੈ। ਜਿਹੜਾ ਮੰਨ ਲੈਂਦਾ ਹੈ ਹੁਕਮ ਦੀ, ਜੋ ਹੁਕਮ ਹੈ ਉਸ ਹੁਕਮ ਨੂੰ ਜਾਂ ਉਸ ਦੀ ਰਜ਼ਾ ਜਿਹੜੀ ਹੈ, ਉਸ ਰਜ਼ਾ ਨੂੰ ਮੰਨ ਲੈਣਾ, ਉਸ ਦੀ ਮਰਜ਼ੀ ਨੂੰ ਮੰਨ ਲੈਣਾ। ਤੇ ਇਵੇਂ ਕੀਤਿਆਂ ਹੀ ਇਹ ਟੁੱਟਿਆ ਪਾਲ, ਤੇਰੀ ਇਹ ਹਉਮੈ ਦੀ ਦੀਵਾਰ ਟੁੱਟ ਸਕਦੀ ਹੈ। ਹੁਣ ਇੱਥੇ ਹੁਕਮ ਦੀ ਪਰਿਭਾਸ਼ਾ ਕੀ ਹੈ? ਹੁਕਮ ਦਾ ਅਰਥ ਉਹਦਾ ਹੁਕਮ ਉਹ ਕਰ ਸਕਦਾ ਹੈ ਜਿਸ ਕੋਲ ਕੋਈ ਪਾਵਰ ਹੋਵੇ, ਜਿਸ ਕੋਲ ਇੱਕ ਤਾਕਤ ਹੋਵੇ। ਹੁਕਮ ਉਹ ਕਰਦਾ ਹੈ, ਕਿਉਂਕਿ ਨੌਕਰ ਜਿਹੜਾ ਹੁੰਦਾ ਉਹ ਆਪਣੇ ਮਾਲਕ ਦਾ ਹੁਕਮ ਮੰਨਦਾ ਹੈ। ਮਾਲਕ ਦੇ ਕੋਲ ਇੱਕ ਤਾਕਤ ਹੈ, ਉਹਦੇ ਕੋਲ ਧਨ ਦੌਲਤ ਹੈ, ਸਭ ਕੁਝ ਹੈ। ਇਸ ਕਰਕੇ ਉਹ ਆਪਣੇ ਨੌਕਰ ਤੇ ਹੁਕਮ ਕਰਦਾ ਹੈ, ਨੌਕਰ ਤੇ ਹੁਕਮ ਚਲਾਉਂਦਾ ਹੈ। ਹੁਣ ਇੱਥੇ ਅਸੀਂ ਪਰਮਾਤਮਾ ਦੇ ਪੱਖ ਤੋਂ ਅਸੀਂ ਦੇਖੀਏ, ਰੱਬੀ ਪੱਖ ਤੋਂ ਅਸੀਂ ਦੇਖੀਏ ਕਿ ਇਹ ਜੋ ਵਰਤਾਰਾ ਸੰਸਾਰ ਦੇ ਅੰਦਰ ਸਭ ਕੁਝ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ। ਇਹ ਸਭ ਕੁਝ ਉਸ ਦਾ ਹੁਕਮ ਹੈ। ਹੁਕਮ ਦੇ ਨਾਲ ਇਹ ਧਰਤੀ ਬਣੀ, ਆਕਾਸ਼ ਬਣਿਆ, ਇਹ ਜਲ ਥਲ ਮਹੀਲ ਬਣਿਆ, ਇਹ ਸਭ ਕੁਝ ਬਣਿਆ। ਇਹ ਹੁਕਮ ਦੇ ਵਿੱਚ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਭਾਵ ਇੱਕ ਹੁਕਮ ਹੋਇਆ, ਇਹ ਸਾਰਾ ਕੁਝ ਬਣ ਗਿਆ। ਲੱਖਾਂ ਦਰਿਆ ਬਣ ਗਏ, ਲੱਖਾਂ ਨਦੀਆਂ ਨਾਲੀਆਂ ਬਣ ਗਏ, ਆਕਾਸ਼ ਬਣ ਗਿਆ, ਪਤਾਲ ਬਣ ਗਏ। ਹੁਣ ਦੇਖੋ, ਇੱਕ ਮਕਾਨ ਬਣਾਉਣਾ ਹੋਵੇ ਜਾਂ ਬਿਲਡਿੰਗ ਬਣਾਉਣੀ ਹੋਵੇ, ਉਹਦੇ ਵਾਸਤੇ ਮਟੀਰੀਅਲ ਚਾਹੀਦਾ ਹੈ। ਅਸੀਂ ਪਹਿਲਾਂ ਉਹਦਾ ਨਕਸ਼ਾ ਤਿਆਰ ਕਰੀਏ। ਨਕਸ਼ਾ ਤਿਆਰ ਕਰਨ ਤੋਂ ਬਾਅਦ ਉਸ ਨਕਸ਼ੇ ਦਾ ਸੈਂਪਲ ਅਸੀਂ ਬੜੇ ਸੋਹਣੇ ਤਰੀਕੇ ਨਾਲ ਮੜ ਵੀ ਦਈਏ। ਹੁਣ ਉਹਦਾ ਨਕਸ਼ਾ ਬਣਿਆ ਜਾਂ ਸੈਂਪਲ ਬਣਾਇਆ, ਉਹ ਕੋਈ ਮਕਾਨ ਥੋੜ੍ਹਾ ਬਣਿਆ। ਮਕਾਨ ਉਦੋਂ ਬਣੇਗਾ, ਬਿਲਡਿੰਗ ਉਦੋਂ ਬਣੇਗੀ ਜਦੋਂ ਉਸ ਬਿਲਡਿੰਗ ਨੂੰ ਬਣਾਉਣ ਵਾਸਤੇ ਮਿਸਤਰੀ ਚਾਹੀਦਾ ਹੈ,
ਮਟੀਰੀਅਲ ਚਾਹੀਦਾ ਹੈ, ਜਿਹੜਾ ਮਟੀਰੀਅਲ ਸੀਮੈਂਟ, ਬਜਰੀ, ਰੇਤਾ ਜੋ ਵੀ ਲੱਗੇਗਾ, ਇਹ ਸਾਰਾ ਸਮਾਨ ਚਾਹੀਦਾ ਹੈ। ਫਿਰ ਸਮਾਂ ਚਾਹੀਦਾ ਹੈ ਤੇ ਫਿਰ ਜਾ ਕੇ ਉਹ ਕੋਈ ਜਿਹੜਾ ਮਕਾਨ ਹੈ ਉਹ ਤਿਆਰ ਹੁੰਦਾ ਹੈ। ਮਗਰ ਇੱਥੇ ਮਾਲਕ ਦੇ ਉਸ ਹੁਕਮ ਦੇ ਨਾਲ ਇਹ ਸਾਰਾ ਕੁਝ ਬਣ ਗਿਆ। ਪਰ ਇਸ ਹੁਕਮ ਦੇ ਪਿੱਛੇ ਵੀ ਇੱਕ ਸਿਸਟਮ ਹੈ, ਇੱਕ ਨਿਯਮ ਹੈ। ਗੁਰਬਾਣੀ ਨੇ ਇੱਥੇ ਹੁਕਮ ਦੀ ਗੱਲ ਜ਼ਰੂਰ ਕੀਤੀ ਹੈ, ਪਰ ਹੁਕਮ ਦੇ ਨਾਲ ਇੱਕ ਸਿਸਟਮ ਵੀ ਦੱਸਿਆ ਹੈ। ਇਹ ਪ੍ਰਾਕਿਰਤੀ ਜੇ ਉਸ ਮਾਲਕ ਨੇ ਪੈਦਾ ਕੀਤਾ ਪਸਾਓ ਏਕੋ ਕਬਾਬ, ਪਰ ਉਸ ਦੇ ਪਿੱਛੇ ਇੱਕ ਨਿਯਮ ਰੱਖਿਆ ਹੈ। ਤਾਂ ਸਭ ਹੁਕਮ ਦੇ ਨਾਲ ਹੀ ਹੈ। ਉਹ ਨਿਯਮ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਜਿਸ ਅਨੁਸਾਰ ਹਰ ਜੀਵ ਜਿਹੜਾ ਕਿ ਕਿਰਿਆਮਾਨ ਹੈ, ਹਰ ਜੀਵ ਜਿਹੜਾ ਉਹ ਚਲਾਏਮਾਨ ਹੈ, ਹਰ ਚੀਜ਼ ਜਿਹੜੀ ਚਲਾਏਮਾਨ ਹੈ। ਦ੍ਰਿਸ਼ਟਮਾਨ ਸੰਸਾਰ ਜਿਹੜਾ ਉਹ ਚਲਾਏਮਾਨ ਹੈ, ਉਹ ਚੱਲ ਰਿਹਾ ਹੈ, ਕੋਈ ਚੀਜ਼ ਰੁਕੀ ਨਹੀਂ ਹੈ। ਉਸ ਤੇ ਪ੍ਰਾਕਿਰਤਿਕ ਨਿਯਮ ਦੇ ਵਿੱਚ ਹੈ ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ। ਤੇ ਜਿਵੇਂ ਜਿਵੇਂ ਕੋਈ ਚੀਜ਼ ਚੱਲਦੀ ਹੈ ਇੱਕ ਮੁਕਾਮ ਤੇ ਆ ਕੇ ਉਹ ਖਤਮ ਹੋ ਜਾਂਦੀ ਹੈ। ਇੱਕ ਨਿਯਮ ਹੈ, ਸਿਸਟਮ ਹੈ। ਸੂਰਜ ਸਵੇਰੇ ਚੜ੍ਹਦਾ ਹੈ, ਸ਼ਾਮ ਨੂੰ ਡੁੱਬ ਜਾਂਦਾ ਹੈ, ਇੱਕ ਸਿਸਟਮ ਹੈ। ਸਿਸਟਮ ਦੇ ਨਾਲ, ਇੱਕ ਨਿਯਮ ਦੇ ਨਾਲ ਸੂਰਜ ਰੋਜ਼ਾਨਾ ਨਿਰੰਤਰ ਇਹ ਚੜ੍ਹ ਰਿਹਾ ਹੈ ਤੇ ਡੁੱਬ ਰਿਹਾ ਹੈ। ਤੇ ਸਤਿਗੁਰੂ ਜੀ ਨੇ ਜੋ ਵਿਚਾਰ ਸਾਨੂੰ ਬਖਸ਼ਿਸ਼ ਕੀਤੇ, ਜੇ ਸੂਰਜ ਚੜ੍ਹਿਆ, ਦਿਨ ਚੜ੍ਹਿਆ, ਸੂਰਜ ਦੇ ਨਾਲ ਦਿਨ ਪ੍ਰਕਾਸ਼ ਹੋ ਗਿਆ। ਜਦੋਂ ਸੂਰਜ ਅਸਤ ਹੋ ਗਿਆ ਤੇ ਫਿਰ ਧਰਤੀ ਤੇ ਹਨੇਰਾ ਛਾ ਗਿਆ, ਰਾਤ ਪੈ ਗਈ। ਇਹ ਦਿਨ ਤੇ ਰਾਤ, ਚਿੱਟਾ ਤੇ ਕਾਲਾ, ਇਹ ਹੁਣ ਤੋਂ ਨਹੀਂ ਹੈ। ਜਦੋਂ ਤੋਂ ਸ੍ਰਿਸ਼ਟੀ ਦੀ ਕਾਇਨਾਤ ਬਣੀ ਉਦੋਂ ਤੋਂ ਹੀ ਇਹ ਪ੍ਰਾਕਿਰਤੀ ਜੋ ਇਹ ਪਰਸਪਰ ਇਹ ਚੱਲਦਾ ਆ ਰਿਹਾ ਹੈ। ਇਹ ਦਿਨ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ। ਦਿਨ ਚੜ੍ਹਦਾ ਹੈ, ਆਥਵਾ ਕਹਿੰਦੇ ਨੇ ਤਰਕਾਲਾ, ਸ਼ਾਮ ਦਾ ਵੇਲਾ ਉਹ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਅੰਧੇਰਾ ਹੋ ਜਾਂਦਾ ਹੈ। ਦਿਨ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ। ਹੁਣ ਅਗਲੀ ਪੰਕਤੀ ਆਪ ਘਟੈ ਦਰ ਨਾ ਬੂਝੈ ਨਿਤ ਮੂਸਾ ਲਾਜ ਟੁਕਾਏ। ਕਿ ਇਨਸਾਨ ਵੀ ਇਸੇ ਪ੍ਰਾਕਿਰਤੀ ਦੇ ਵਿੱਚ, ਇਸ ਚਲਾਏਮਾਨ ਸੰਸਾਰ ਦੇ ਵਿੱਚ ਉਹ ਵੀ ਚੱਲ ਰਿਹਾ ਹੈ। ਉਸ ਦੀ ਵੀ ਉਮਰ ਜਿਹੜੀ ਚੱਲ ਰਹੀ ਹੈ, ਚਲਦੇ ਚਲਦੇ ਉਮਰ ਵੀ ਘਟ ਰਹੀ ਹੈ ਤੇ ਚਲਦੇ ਚਲਦੇ ਇੱਕ ਮੁਕਾਮ ਤੇ ਆ ਕੇ ਇਨਸਾਨ ਦਾ ਜੀਵਨ ਵੀ ਖਤਮ ਹੋ ਜਾਂਦਾ ਹੈ। ਮਰ ਜਿਹੜੀ ਹੁਕਮ ਦੀ ਵਿਚਾਰ ਹੈ ਕਿ ਹੁਕਮ ਉਹ ਕਰ ਸਕਦਾ ਹੈ ਜਿਸ ਕੋਲ ਤਾਕਤ ਹੋਵੇ। ਹੁਣ ਸਭ ਤੋਂ ਵੱਡੀ ਤਾਕਤ ਜਿਹੜੀ ਗੈਬੀ ਤਾਕਤ ਹੈ, ਜੋ ਉਸ ਮਾਲਕ ਨੇ ਇਹ ਜੋ ਹੁਕਮ ਦੇ ਨਾਲ ਇਹ ਸਾਰਾ ਪਸਾਰਾ ਕੀਤਾ, ਹੁਕਮ ਦੇ ਨਾਲ ਅਸੀਂ ਪੈਦਾ ਹੋਏ। ਜਿਵੇਂ ਪਾਵਨ ਬਾਣੀ ਅੰਦਰ ਇੱਕ ਬਚਨ ਆਇਆ, ਜਮਨ ਮਰਨਾ ਹੁਕਮ ਹੈ ਭਾਣਾ ਆਵੈ ਜਾਏ। ਜਨਮ ਲੈਣਾ ਤੇ ਸੰਸਾਰ ਤੋਂ ਚਲੇ ਜਾਣਾ ਹੁਕਮ ਹੈ। ਪਰ ਹੁਕਮ ਦੇ ਪਿੱਛੇ ਦੇਖੋ ਇੱਕ ਬਹੁਤ ਵੱਡਾ ਨਿਯਮ ਹੈ, ਇੱਕ ਭਾਣਾ। ਭਾਣੇ ਦਾ ਅਰਥ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਾਂ ਪਰਮਾਤਮਾ ਦੀ ਇੱਕ ਖੇਡ ਬਣੀ, ਜਗਤ ਤੋਂ ਇੱਕ ਖੇਡ ਤਮਾਸ਼ਾ, ਉਸ ਦੀ ਖੇਡ ਬਣੀ। ਇਹ ਸਾਰੀ ਪ੍ਰਾਕਿਰਤੀ ਇੱਕ ਵਜੂਦ ਵਿੱਚ ਆਈ, ਇੱਕ ਭਾਣਾ ਵਰਤ ਰਿਹਾ। ਇੱਕ ਭਾਣਾ, ਹਰ ਚੀਜ਼ ਭਾਣੇ ਨਾਲ ਹੀ ਹੈ। ਜੀਵ ਪੈਦਾ ਹੁੰਦਾ ਭਾਣੇ ਨਾਲ ਪੈਦਾ ਹੁੰਦਾ ਹੈ। ਜੀਵ ਸੰਸਾਰ ਤੋਂ ਚਲੇ ਜਾਂਦਾ ਹੈ, ਉਹ ਵੀ ਭਾਣੇ ਨਾਲ ਹੀ ਚਲੇ ਜਾਂਦਾ ਹੈ। ਮਰ ਤੇ ਫਰਕ ਇਹ ਹੈ ਸਾਡੀ ਸੋਚ ਦੇ ਮੁਤਾਬਕ, ਜਦੋਂ ਕਿਸੇ ਦੇ ਘਰ ਕੋਈ ਬੱਚਾ ਜਨਮ ਲਵੇ, ਅਸੀਂ ਉੱਥੇ ਕਦੀ ਨਹੀਂ ਕਹਿੰਦੇ ਕਿ ਤੁਹਾਡੇ ਘਰ ਭਾਣਾ ਵਰਤਿਆ। ਹੁਣ ਇਹ ਗੱਲ ਕੋਈ ਆ ਕੇ ਦੇਖੇ, ਕਿਉਂਕਿ ਉਸ ਘਰ ਵਿੱਚ ਖੁਸ਼ੀ ਦਾ ਸਮਾਂ ਹੈ। ਅਕਸਰ ਅਸੀਂ ਇਹ ਭਾਣਾ ਅੱਖਰ ਉਦੋਂ ਵਰਤਦੇ ਹਾਂ ਜਦੋਂ ਕਿਸੇ ਦੇ ਘਰ ਕੋਈ ਚਲਾਣਾ ਹੋ ਜਾਵੇ, ਕੋਈ ਮੌਤ ਹੋ ਜਾਵੇ, ਕਿ ਤੁਹਾਡੇ ਘਰ ਭਾਈ ਇਹ ਭਾਣਾ ਵਰਤ ਗਿਆ। ਜਨਮ ਤੇ ਅਸੀਂ ਇਹ ਭਾਣਾ ਨਹੀਂ ਵਰਤਦੇ ਲਫ਼ਜ਼। ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੰਮਨ ਮਰਨਾ ਹੁਕਮ ਹੈ ਭਾਣਾ ਆਵੈ ਜਾਏ। ਭਾਣੇ ਨਾਲ ਆਉਂਦਾ ਹੈ ਤੇ ਚਲੇ ਜਾਂਦਾ ਹੈ। ਫਿਰ ਉੱਥੇ ਅਸੀਂ ਭਾਣਾ ਕਿਉਂ ਨਹੀਂ ਤਸਲੀਮ ਕਰਦੇ, ਜਦੋਂ ਉਸ ਮਾਂ ਦੀ ਪੇਟ ਦੇ ਵਿੱਚ 9-10 ਮਹੀਨੇ ਇਸ ਜੀਵ ਨੇ ਸਫ਼ਰ ਕੀਤਾ, ਇੱਕ ਸਿਸਟਮ ਬਣਿਆ, ਜੋ ਹਰ ਚੀਜ਼ ਵਕਤ ਦੇ ਨਾਲ ਬਣੀ ਨਾ। ਹੁਣ ਮਾਂ ਦੇ ਪੇਟ ਵਿੱਚ ਵੀ ਬੱਚੇ ਨੂੰ ਸਮਾਂ ਚਾਹੀਦਾ ਸੀ, ਉਸ ਵਜੂਦ ਤੱਕ ਆਉਣ ਦੇ ਲਈ ਸਮਾਂ ਚਾਹੀਦਾ ਸੀ। ਜਦੋਂ ਸਮਾਂ ਹੋਇਆ ਫਿਰ 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, ਜੀਵ ਸੰਸਾਰ ਤੇ ਜਨਮ ਲੈ ਲੈਂਦਾ ਹੈ।
ਹੁਣ ਇਹ ਭਾਣੇ ਨਾਲ ਜੀਵ ਸੰਸਾਰ ਤੇ ਆਇਆ, ਭਾਣੇ ਨਾਲ ਚਲਾ ਜਾਂਦਾ ਹੈ। ਪਰ ਦੂਜੇ ਪਾਸੇ ਇਸ ਦਾ ਇੱਕ ਹੁਕਮ ਵੀ ਹੈ। ਹੁਕਮ ਦੇ ਨਾਲ ਇੱਕ ਭਾਣਾ ਹੁੰਦਾ ਹੈ। ਭਾਣਾ ਇੱਕ ਖੇਡ ਬਣਦੀ ਹੈ ਉਸ ਮਾਲਕ ਪ੍ਰਭੂ ਦੀ। ਇੱਕ ਐਸਾ ਸਿਸਟਮ ਬਣਦਾ ਹੈ ਕਿ ਇਹ ਜਿਹੜੀ ਕੋਈ ਚੀਜ਼ ਇਹ ਪ੍ਰਗਟ ਹੁੰਦੀ ਹੈ ਪ੍ਰਤੱਖ ਰੂਪ ਦੇ ਵਿੱਚ, ਇਸ ਇੱਕ ਸਰਗੁਣ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਇੱਕ ਭਾਣਾ ਬਣਦਾ ਹੈ। ਪਾਵਨ ਬਾਣੀ ਅੰਦਰ ਬਚਨ ਆਇਆ, ਹੁਕਮ ਰਜ਼ਾਈ ਸਾਖਤੀ ਦਰਗਾਹ ਸੱਚ ਕਬੂਲ, ਸਾਹਿਬ ਲੇਖਾ ਬੰਕਸੀ ਦੁਨੀਆ ਦੇਖਣਾ ਭੂਲ। ਕਿ ਭਾਈ ਤੂੰ ਉਸ ਦੁਨੀਆ ਨੂੰ ਦੇਖ ਕੇ ਭੁੱਲ ਨਾ ਜਾ। ਸਾਹਿਬ ਨੇ ਲੇਖਾ ਮੰਗਣਾ ਹੈ। ਲੇਖਾ ਕਿਹਨੇ ਮੰਗਣਾ ਹੈ? ਜਿਸ ਨੇ ਇਸ ਹੁਕਮ ਦੇ ਰਾਹੀਂ ਇਹ ਕਾਇਨਾਤ ਪੈਦਾ ਕੀਤੀ, ਜਿਸ ਨੇ ਤੈਨੂੰ ਪੈਦਾ ਕੀਤਾ। ਹੁਣ ਕਈ ਵਾਰੀ ਅਸੀਂ ਹੁਕਮ ਨੂੰ ਦੂਜੇ ਰੂਪ 'ਚ ਲੈ ਲੈਂਦੇ ਹਾਂ। ਕੋਈ ਬੰਦਾ ਚੰਗੇ ਕੰਮ ਨਹੀਂ ਕਰਦਾ, ਮਾੜੇ ਕੰਮ ਕਰਦਾ ਹੈ, ਚੋਰੀ ਕਰਦਾ ਹੈ, ਠੱਗੀ ਕਰਦਾ ਹੈ। ਜੇ ਉਹਨੂੰ ਪੁੱਛੇ ਭਾਈ ਤੂੰ ਇਹ ਕੰਮ ਕਿਉਂ ਕਰਦਾ ਹੈ? ਕਹਿੰਦਾ ਉਸ ਮਾਲਕ ਦਾ ਹੁਕਮ ਹੈ, ਉਹਦੇ ਹੁਕਮ ਦੇ ਨਾਲ ਮੈਂ ਕੰਮ ਕਰ ਰਿਹਾ। ਜੇ ਕੋਈ ਬੰਦਾ ਗੁਰੂ ਘਰ ਜਾਂਦਾ ਹੈ, ਚੰਗੀ ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਤੇ ਕਈ ਵਾਰ ਅਸੀਂ ਵੀ ਕਹਿ ਦਿੰਦੇ ਹਾਂ ਕਿ ਉਹਦਾ ਹੁਕਮ ਹੋਇਆ ਜੀ, ਉਹਦੇ ਹੁਕਮ ਤੋਂ ਬਿਨਾਂ ਅਸੀਂ ਨਹੀਂ ਕਰ ਸਕਦੇ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਫਿਰ ਇੱਕ ਪੱਖ ਤੋਂ ਅਸੀਂ ਇਹ ਕਿਉਂ ਕਹਿੰਦੇ ਹਾਂ ਕਿ ਜੇ ਭਾਈ ਉਸਦਾ ਹੁਕਮ ਹੋਇਆ, ਕਿ ਉਸਦੇ ਹੁਕਮ ਦੇ ਵਿੱਚ ਚੋਰੀ ਕਰਨਾ, ਠੱਗੀ ਕਰਨਾ, ਮਾੜੇ ਕਰਮ ਕਰਨਾ ਇਹ ਜਾਇਜ਼ ਹੈ ਕਿ ਉਹਦੇ ਹੁਕਮ ਦੇ ਵਿੱਚ ਹੈ। ਇਨਸਾਨ ਕਈ ਵਾਰੀ ਇੱਕ ਐਸਾ ਹੁੰਦਾ ਨਾ, ਕੋਈ ਬੰਦਾ ਲੰਗਰ ਦੀ ਸੇਵਾ ਕਰਦਾ ਹੈ ਜਾਂ ਕਿਸੇ ਖਾਸ ਦਿਨਾਂ ਵਿੱਚ, ਜਿਵੇਂ ਅੱਜ ਕੱਲ੍ਹ ਸ਼ਰਾਧਾਂ ਦੇ ਦਿਨਾਂ ਹਨ, ਸ਼ਰਾਧਾਂ ਦੇ ਦਿਨਾਂ ਵਿੱਚ ਅਸੀਂ ਲੰਗਰ ਛਕਾਉਂਦੇ ਹਾਂ। ਤੇ ਕਿਸੇ ਨੂੰ ਪੁੱਛੀਏ ਭਾਈ ਤੁਸੀਂ ਸ਼ਰਾਧਾਂ ਵਿੱਚ ਹੀ ਕਿਉਂ ਲੰਗਰ ਛਕਾਉਂਦੇ ਹੋ? ਅੱਗੇ ਪਿੱਛੇ ਛਕਾਓ, ਲੰਗਰ ਛਕਾਉਣਾ ਕੋਈ ਮਾੜੀ ਗੱਲ ਨਹੀਂ ਹੈ। ਕਹਿੰਦੇ ਨੇ ਇਹ ਵੀ ਸ਼ਰਾਧਾਂ ਦੇ ਦਿਨਾਂ ਵਿੱਚ ਇੱਕ ਭਾਣਾ ਹੈ। ਇਸ ਤਰ੍ਹਾਂ ਕਿੱਥੇ ਅਸੀਂ ਲੰਗਰ ਛਕਾ ਸਕਦੇ ਹਾਂ? ਇੱਕ ਭਾਣਾ ਹੁੰਦਾ, ਭਾਣੇ ਨਾਲ ਅਸੀਂ ਲੰਗਰ ਛਕਾ ਲੈਂਦੇ ਹਾਂ। ਜੇ ਗੁਰੂ ਘਰ ਕੋਈ ਬੰਦਾ ਕਿਸੇ ਖਾਸ ਇੱਕ ਦਿਨ ਚਲੇ ਜਾਵੇ, ਕਹਿੰਦਾ ਜੀ ਭਾਣੇ ਨਾਲ ਅੱਜ ਅਸੀਂ ਆ ਗਏ ਗੁਰੂ ਘਰ ਦੇ ਵਿੱਚ, ਭਾਣੇ ਨਾਲ ਸੇਵਾ ਕਰ ਲਈ ਹੈ। ਹਰ ਚੀਜ਼ ਨੂੰ ਅਸੀਂ ਆਪਣੇ ਆਪ ਤੇ ਨਹੀਂ ਲੈਂਦੇ। ਅਸੀਂ ਕਹਿੰਦੇ ਹਾਂ ਕਿ ਇੱਕ ਭਾਣਾ, ਮਾੜਾ ਕੰਮ ਕਰਨਾ ਹੋਵੇ, ਇਹ ਵੀ ਜੀ ਮਾਲਕ ਦਾ ਹੁਕਮ ਸੀ, ਮਾੜਾ ਕੰਮ ਕੀਤਾ। ਤੇ ਭਾਣੇ ਨਾਲ ਜਿਹੜਾ ਕਰਮ ਅਸੀਂ ਕਰਨਾ ਹੈ, ਜਿਸ ਕਰਮ ਨੂੰ ਅਸੀਂ ਕਮਾ ਕੇ ਸੰਸਾਰ ਤੋਂ ਜਾਣਾ ਹੈ, ਅਸੀਂ ਉਹਦੇ ਲਈ ਵੀ ਅਸੀਂ ਕਹਿੰਦੇ ਨਹੀਂ, ਇੱਕ ਭਾਣਾ ਹੈ। ਇਹ ਭਾਣੇ ਨਾਲ ਅਸੀਂ ਸਾਡਾ ਅਜੇ ਮਨ ਕੀਤਾ, ਅਸੀਂ ਗੁਰੂ ਘਰ ਆ ਗਏ, ਅਸੀਂ ਸੇਵਾ ਕੀਤੀ, ਭਾਣੇ ਨਾਲ ਅਸੀਂ ਅੱਜ ਲੰਗਰ ਛਕਾਇਆ। ਇਹ ਭਾਣਾ ਭਾਈ ਉਹਨਾਂ ਦਿਨਾਂ ਵਿੱਚ ਕਿਉਂ ਤੁਹਾਡੇ ਤੇ ਪਿਆ? ਸ਼ਰਾਧਾਂ ਦੇ ਦਿਨਾਂ ਵਿੱਚ ਤੁਹਾਡੇ ਤੇ ਭਾਣਾ ਕਿਉਂ ਪਿਆ? ਤੁਸੀਂ ਲੰਗਰ ਛਕਾਉਣਾ ਕਿ ਅੱਗੇ ਪਿੱਛੇ ਪ੍ਰਭੂ ਦਾ ਭਾਣਾ ਨਹੀਂ, ਪਰਮਾਤਮਾ ਦਾ ਭਾਣਾ ਨਹੀਂ ਵਰਤਦਾ ਤੁਹਾਡੇ ਤੇ? ਇੱਕ ਬੜੀ ਇੱਕ ਰਮਜ਼ ਭਰੀ ਇੱਕ ਗੱਲ ਹੈ। ਮਨੁੱਖ ਆਪਣੇ ਆਪ ਨੂੰ ਨਿਰਦੋਸ਼ ਕਰਦਾ ਹੈ। ਜੇ ਮਾੜਾ ਕਰਮ ਕਰਨਾ ਹੋਵੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਦੂਜੇ ਪਾਸੇ ਕਹਿੰਦਾ ਇਹ ਹੁਕਮ ਹੈ। ਸੋ ਸਤਿਗੁਰ ਦੀ ਵਿਚਾਰ ਦੇ ਮੁਤਾਬਕ ਕਿ ਹੈ ਭਾਈ, ਹੈ ਤਾਂ ਸਾਰਾ ਕੁਝ ਉਸ ਮਾਲਕ ਦੇ ਹੁਕਮ ਵਿੱਚ ਹੈ। ਉਸ ਮਾਲਕ ਨੇ ਇਸ ਮਨੁੱਖ ਨੂੰ ਇੱਕ ਉੱਤਮ ਜੂੜ ਦਿੱਤੀ। ਉੱਤਮ ਜੂਨ ਦੇ ਵਿੱਚ ਇੱਕ ਵਿਵੇਕਸ਼ੀਲਤਾ, ਵਿਵੇਕ ਬੁੱਧੀ ਦਿੱਤੀ, ਜਿਸ ਰਾਹੀਂ ਤੂੰ ਆਪਣੇ ਜੀਵਨ ਨੂੰ ਸਮਝਣਾ ਹੈ, ਜੀਵਨ ਨੂੰ ਵਿਚਾਰਨਾ ਹੈ ਕਿ ਉਹ ਮਾਲਕ ਦਾ ਹੁਕਮ ਕੀ ਹੈ। ਉਸ ਦੇ ਹੁਕਮ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਹਨ। ਉਸ ਦੇ ਹੁਕਮ ਦੇ ਵਿੱਚ ਨੇਕ ਨੀਅਤ ਹੈ। ਉਸ ਦੇ ਹੁਕਮ ਵਿੱਚ ਨੇਕ ਕਰਮ ਕਰਨ ਦੀ ਹਿਦਾਇਤ ਹੈ। ਉਸ ਦੇ ਹੁਕਮ ਦੇ ਵਿੱਚ ਸੱਚ ਨੂੰ ਕਮਾਉਣ ਦੀ ਹਿਦਾਇਤ ਹੈ। ਉਸ ਦੇ ਹੁਕਮ ਵਿੱਚ ਮਾੜਾ ਕਰਮ ਨਹੀਂ ਹੈ, ਕਿਉਂਕਿ ਉਸ ਦੇ ਹੁਕਮ ਦੇ ਵਿੱਚ ਜੋ ਵੀ ਚੀਜ਼ ਬਣੀ, ਜੋ ਪ੍ਰਾਕਿਰਤੀ ਬਣੀ, ਜੋ ਜੀਵ ਬਣੇ, ਉਸ ਦੇ ਹੁਕਮ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਪਰ ਹੁਕਮ ਦੇ ਨਾਲ ਨਾਲ ਉਸ ਦੀ ਰਜ਼ਾ ਨੂੰ ਵੀ ਅਸੀਂ ਮੰਨੀਏ। ਉਹਦੀ ਮਰਜ਼ੀ ਇਹ ਨਹੀਂ ਹੈ, ਉਹਦੀ ਜੋ ਮਰਜ਼ੀ ਹੈ, ਉਸ ਦੀ ਰਜ਼ਾ ਜੋ ਹੈ, ਉਸ ਰਜ਼ਾ ਨੂੰ ਅਸੀਂ ਇੱਕ ਤਸਲੀਮ ਕਰੀਏ, ਮੰਨੀਏ। ਜੇ ਉਸ ਦੀ ਰਜ਼ਾ ਨੂੰ ਅਸੀਂ ਮੰਨ ਲਿਆ, ਉਸ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਮੰਨ ਲਈ। ਜਿਵੇਂ ਮੰਨ ਲਓ ਕਿ ਕਿਸੇ ਦੇ ਘਰ ਕੋਈ 4 ਪੁੱਤਰ ਹਨ, ਉਸ ਦੇ ਘਰ ਦੇ ਵਿੱਚ ਇੱਕ ਪੁੱਤਰ ਦੀ ਮੌਤ ਹੋ ਜਾਂਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ ਨਾ, ਭਾਣਾ ਵਰਤਦਾ ਹੈ, ਉਸ ਦੀ ਮਰਜ਼ੀ ਹੈ, ਉਸ ਦੀ ਖੇਡ ਹੈ।
ਜਾਂ ਉਸ ਦਾ ਹੁਕਮ ਹੁੰਦਾ ਹੈ, ਜੀਵ ਚਲਾ ਜਾਂਦਾ ਹੈ। ਜੇ ਪਰਿਵਾਰ ਵਾਲੇ ਉੱਠ ਕੇ ਤਿਲਾਂਜਲੀ ਕਰਨ ਕਿ ਭਾਈ ਕਿਉਂ ਹੋਇਆ, ਸਾਡੇ ਨਾਲ ਕਿਉਂ ਹੋਇਆ, ਸਾਡਾ ਜੀਵ ਕਿਉਂ ਚਲਾ ਗਿਆ, ਇਸ ਦਾ ਅਰਥ ਹੈ ਕਿ ਅਸੀਂ ਪਰਮਾਤਮਾ ਦੀ ਉਸ ਰਜ਼ਾ ਨੂੰ ਨਹੀਂ ਮੰਨਿਆ, ਉਸ ਦੇ ਭਾਣੇ ਨੂੰ ਨਹੀਂ ਮੰਨਿਆ, ਜੋ ਭਾਣਾ ਉਹਨੇ ਵਰਤਾਇਆ ਅਸੀਂ ਨਹੀਂ ਮੰਨਿਆ। ਤਾਂ ਕਾਰਨ ਉਹ ਹੀ ਹੈ ਕਿ ਮਨੁੱਖ ਉਸ ਅਵਸਥਾ ਦੇ ਵਿੱਚ ਆ ਕੇ ਆਪਣੀ ਉਸ ਸੋਚ ਤੋਂ ਡਿੱਗ ਜਾਂਦਾ ਹੈ। ਤੇ ਮਨੁੱਖ ਇਹ ਨਹੀਂ ਸੋਚਦਾ ਕਿ ਜੇ ਉਸ ਮਾਲਕ ਪ੍ਰਭੂ ਨੇ ਸਾਡੇ ਘਰ ਜੇ 4 ਪੁੱਤਰ ਦਿੱਤੇ, ਇੱਕ ਚਲਾ ਗਿਆ, ਜੇ 4 ਹੀ ਨਾ ਦਿੰਦਾ, ਜੇ 4 ਹੀ ਨਾ ਦਿੰਦਾ ਅਸੀਂ ਕੀ ਕਰ ਲੈਂਦੇ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਇਆ ਨਾ, 10 ਵਸਤੂ ਲੈ ਪਾਛਾ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਪੀਨਾ ਦੇ 10 ਪੀਹਰ ਲੈ ਤੋ ਮੂੜਾ ਕੋ ਕਾਂ ਕਰੇ। ਫਿਰ ਜਿਸ ਠਾकुर ਸु ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਜਿਸ ਮਾਲਕ ਅੱਗੇ ਸਾਡੇ ਕੋਈ ਪੇਸ਼ ਨਹੀਂ ਹੈ, ਉਸ ਮਾਲਕ ਅੱਗੇ ਝੁਕਣਾ ਹੀ, ਉਹਦੇ ਹੁਕਮ ਨੂੰ ਮੰਨਣਾ, ਉਸ ਦੀ ਰਜ਼ਾ ਨੂੰ ਮੰਨਣਾ ਹੀ ਇੱਕ ਸਾਡਾ ਕਰਮ ਹੈ। ਸੋ ਸਤਿਗੁਰੂ ਦੀ ਬਾਣੀ ਅੰਦਰ ਜੋ ਪਾਵਨ ਸੁਖਮਨੀ ਸਾਹਿਬ ਦੀ ਬਾਣੀ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ। ਇਹ ਜੋ ਕਰਨ ਕਾਰਨ ਪ੍ਰਭੂ ਹੈ, ਇਹ ਕਰਨ ਦੇ ਸਮਰੱਥ ਹੈ। ਜੋ ਕਹਿੰਦੇ ਨੇ ਉਹ ਸਮਰੱਥ ਹੈ, ਕਰ ਸਕਦਾ ਹੈ। ਦੁਨੀਆ ਦਾ ਕੋਈ ਬੰਦਾ ਕਿਸੇ ਸੀਮਾ ਤੱਕ ਉਸ ਦੀ ਕੋਈ ਤਾਕਤ ਹੁੰਦੀ ਹੈ, ਕਰਨ ਦੀ ਸ਼ਕਤੀ ਹੁੰਦੀ ਹੈ, ਉਹ ਕਰਦਾ ਹੈ। ਪਰ ਪ੍ਰਭੂ ਦੀ ਜਿਹੜੀ ਸ਼ਕਤੀ ਹੈ, ਤਾਕਤ ਹੈ, ਉਹ ਵਿਸ਼ਾਲ ਹੈ। ਉਸ ਦੀ ਤਾਕਤ ਨੂੰ ਜਾਂ ਉਸ ਦੀ ਰਚਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਫਿਰ ਉਸ ਦੀ ਰਚਨਾ ਦੇ ਵਿੱਚ ਅਨੇਕਾਂ ਜੀਵ ਹੁੰਦੇ ਹਨ। ਉਹ ਜੀਵ ਹੁੰਦੇ ਹਨ ਜਿਹੜੇ ਰੱਬ ਦੀ ਇਸ ਫਿਲਾਸਫੀ ਨੂੰ ਜਾਂ ਰਜ਼ਾ ਨੂੰ ਜਾਂ ਨੇਕ ਕਰਮ ਨੂੰ ਮੰਨਦੇ ਹਨ। ਇੱਕ ਉਹ ਹੁੰਦੇ ਹਨ ਜਿਹੜੇ ਇਸ ਫਿਲਾਸਫੀ ਨੂੰ ਜਾਂ ਨੇਕ ਕਰਮ ਨੂੰ ਨਹੀਂ ਮੰਨਦੇ। ਜਪਜੀ ਸਾਹਿਬ ਦੇ ਵਿੱਚ ਅਸੰਖ ਦੀਆਂ 3 ਪੌੜੀਆਂ ਆਈਆਂ। ਉਹਨਾਂ ਪੌੜੀਆਂ ਵਿੱਚ ਆਇਆ, ਪਹਿਲੇ ਅਸੰਖ ਜਪ, ਅਸੰਖ ਤਪ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਇ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਕੁਦਰਤ ਕਹਿੰਦੇ ਨੇ ਕਿ ਇਹ ਪ੍ਰਭੂ ਤੇਰੀ ਰਚਨਾ ਦਾ ਕੋਈ ਅੰਤ ਨਹੀਂ ਹੈ, ਤੇਰੀ ਸਿਫਤ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਚੰਗਾ ਲੱਗੇ ਤੇ ਉਹ ਤੂੰ ਚੰਗਾ ਹੀ ਹੈ, ਚੰਗਾ ਹੀ ਕਰ, ਜੋ ਤੁਧ ਭਾਵੈ, ਜੋ ਤੂੰ ਕਰ ਰਿਹਾ ਚੰਗਾ ਕਰ ਰਿਹਾ। ਪਰ ਸਾਡੀ ਨਜ਼ਰ ਵਿੱਚ ਚੰਗਾ ਨਹੀਂ ਹੈ। ਅਸੀਂ ਕਹਿੰਦੇ ਇਹ ਨੁਕਸਾਨ ਹੋਇਆ ਤੇ ਕਿਉਂ ਹੋਇਆ। ਦੂਜੀ ਪੌੜੀ ਦੇ ਵਿੱਚ ਅਸੰਖ ਮੂਰਖ ਅੰਧ ਘੋਰ, ਜੋ ਪਹਿਲੀ ਅਸੰਖ ਤੋਂ ਬਿਲਕੁਲ ਉਲਟ ਹੈ। ਅਸੰਖ ਦਾ ਅਰਥ ਹੁੰਦਾ ਅਨੇਕਾਂ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਨੇਕਾਂ ਐਸੀ ਦੁਨੀਆ, ਐਸੇ ਲੋਕ ਹਨ ਜਿਹੜੇ ਭਗਤੀ ਵੀ ਕਰਦੇ ਹਨ, ਬੰਦਗੀ ਕਰਦੇ ਹਨ। ਇਸ ਪੌੜੀ ਵਿੱਚ ਆਇਆ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਏ, ਅਸੰਖ ਨਿੰਦਕ ਸਿਰ ਕਰਹਿ ਪਾਰ, ਨਾਨਕ ਨੀਚ ਕਹਿ ਵਿਚਾਰ। ਦੇਖੋ ਇਹ ਨਾਨਕ ਲਫ਼ਜ਼ ਜਪਜੀ ਸਾਹਿਬ ਦੀ ਬਾਣੀ ਵਿੱਚ 2 ਵਾਰੀ ਆਇਆ। ਨਾਨਕ ਦੇ ਜਿਹੜਾ ਕੱਕੇ ਥੱਲੇ ਔਂਕੜ ਜਿਹੜਾ, ਜਦੋਂ ਕੱਕੇ ਥੱਲੇ ਔਂਕੜ ਆਏ ਬਾਣੋ ਕਿ ਆਪਣੇ ਆਪ ਨੂੰ ਸਤਿਗੁਰੂ ਜੀ ਕਹਿ ਰਹੇ ਹਨ। ਇੱਥੇ ਨਾਨਕ ਨੀਚ, ਇੱਥੇ ਚੱਚੇ ਥੱਲੇ ਵੀ ਔਂਕੜ ਹੈ ਕਿ ਨਾਨਕ ਆਪਣੇ ਆਪ ਨੂੰ ਵੀ ਇੱਕ ਨੀਚ ਕਹਿ ਕੇ ਇੱਕ ਸੰਬੋਧਨ ਕਰ ਰਹੇ ਹਨ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਕਿ ਇਹ ਪ੍ਰਭੂ ਜੀ ਮੈਂ ਤੇਰੇ ਤੋਂ ਬਲਹਾਰ ਜਾਂਦਾ ਹਾਂ, ਤੇਰੀ ਸਿਫਤਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਇਹ ਨਾਨਕ ਨੀਚ ਤੇਰੀ ਕੀ ਸਿਫਤ ਕਰ ਸਕਦਾ ਹੈ। ਦੇਖੋ ਕਿਤਨੀ ਵੱਡੀ ਇਸ ਵਿੱਚ ਵਡਿਆਈ ਹੈ। ਮਹਾਰਾਜ ਨੇ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਜਿੱਥੇ ਇਹ ਵੀ ਆਖਿਆ ਹੂੰ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ ਹੈ ਮਾਲਕ, ਤੇਰੀ ਵਡਿਆਈ ਵੱਡੀ ਹੈ। ਵੱਡੇ ਕੀ ਵਡਿਆਈਆਂ
किछ कहना कहना ना जाए, सो करता कादर करीब दे जिया रिज़्क संभाहे। साई कार कमावनी तुर छोड़ी तिना पाए, नानके की बाहरी होर दूजी नाही जाए। सो करे जे तिसै रजाए। जो वो कर रहा उसकी मर्जी, अपनी मर्जी के मुताबिक ये सब कुछ कर रहा है। पर इसका ये अर्थ नहीं है कि जे सूरज अज चढ़िया तो हुणे कि डोब दे सूरज नूं, जे सूरज चढ़िया कि 6 महीने सूरज डुबे ना, ऐसा नहीं है। उसके निज़म दे विच, प्राकृति विच एक सिस्टम बनया है। हर चीज़ दे विच, हर जीवन विच एक सिस्टम है। साडे जीवन भी जिहड़ा कि सिस्टम दे निज़म दे नाल चलदा है। उस प्रभु ने जे हुक्म दे नाल पैदा किया, पिछे एक बनतर एक सिस्टम रखिया है। जिवें असीं घर बनाउंदे हां, घर बना के जिहड़ा परिवार उस घर दे विच रहिंदा है, वो भी एक सिस्टम दे नाल उत्थे रह रहा है। घर दे विच सफाई रखनी, घर दे विच ये कमरा जिथे बस्तर रखने, इस कमरे या रसोई है इत्थे असीं लंगर तैयार करना है। ये सारा एक सिस्टम जिहड़ा घर दे विच असीं बनाया हुंदा है। ये शरीर रूपी घर दे विच एक सिस्टम है। सो सतगुरु जी इत्थे बख्शिश कर रहे हैं, जो तिस पावै सोई होग। जो भी हो रहा उन्हें चंगा लगता है, वही होना है। खिर मैं थाप उथा परहारा, वो घड़ी दे विच ही इस धरती नूं थाप सकता है ते तबाह भी कर सकता है। उसके कोल शक्ति है, एक ताकत है, सर्व कला समर्थ है। क्योंकि वो करण करावन करने जो कर दे एक समर्था रखता है। अंत नहीं किछ पारा वारा, उसका पारावार क्या या उरला कंडा ते पारला कंडा कोई नहीं है। ना उसका कोई आद है, ना वो अंत है। उसका कोई पारावार नहीं है। हुक्म धार आधार रहा वै। ये सृष्टि जिहड़ी उन्हें पैदा की बनाई, किसी की कोई सपोर्ट दे के नहीं बनाई। असीं मकान बनाते हैं, कोई पिलर दे के, कोई सपोर्ट दे के बनाते हैं, दीवारां दे के बनाते हैं। मगर उसने इस पृथ्वी जिहड़ी धरती है, कोई सहारा नहीं दिता, कोई किसी का आसरा नहीं दिता। इस सृष्टि नूं इवें जिवें कि हवा दे विच है, इवें रखिया होया है, जां पानी पर तारी है। ये प्राकृतिक निज़म है, प्राकृतिक सिस्टम है। ये प्रकृति का एक हिस्सा है सृष्टि, जो उस मालिक ने किसी के सहारे नहीं रखी हुई। हुक्म उपजा हुक्म समावै। हुक्म दे नाल जीव जिहड़ा उपजदा है, पैदा होंदा है, हुक्म दे नाल ही वो समा जाता है। हुक्म ऊंच नीच व्यवहार, हुक्म दे नाल ही इंसान दे जिहड़ा व्यवहार ऊंच नीच होंदा है। पाप इसका ये अर्थ नहीं है कि मनुख आखे कि मैं नीच व्यवहार उस हुक्म विच करा। मगर मालिक ने मनुख नूं एक चेतन शक्ति दी है। उस उहदे हुक्म दे विच माड़ा कर्म या नीवा कर्म, नीवा कर्म का अर्थ होंदा है कि कुकर्म उसके हुक्म दे विच नहीं है। क्योंकि उसके हुक्म दे विच हुक्म रजाई साखती, उसके हुक्म दे विच उसके रजा दे विच नेक कर्म नूं थां दित्ती गई है। हुक्म अनेक रंग प्रकार, उसके हुक्म दे विच अनेकां प्रकार दे जिहड़े जीव जानता हैं, अनेकां प्रकार की यह रचना है। कर कर देखिया अपनी वडियाई, वो मालिक प्रभु इस प्रकृति नूं साज के, ब्रह्मांड नूं साज के आप अपनी वडियाई वो देख रहा है। अपनी वडियाई का अर्थ है इसनूं बना के आप विच बैठा होया है, आप घट घट विच समोया होया है। सर्वजोत तेरी पसर रही, जै जै देखूं त्या न रही। हर पासे मालिक प्रभु आप बैठा है। नानक सब में हरिया समाई, वो सारियां विच एक सार अते एक रस व्यापक है। ऐसा परमात्मा जिसने ये कायनात बनाई, असी सानू जीवां नूं पैदा किया, अते उसके पिछे जिथे हुक्म है, हुक्म दे नाल उहदी जिहड़ी रजा है, उसकी जिहड़ी मर्जी है, उसकी मर्जी नूं की प्रवान है, उसकी मर्जी नूं प्रवान है नेक कर्म, सच दा कर्म। अकाल पुरख वाहिगुरू दा जो रब्बी ज्ञान है, उस ज्ञान नूं लैके जदों असी उस सरमाया लैके मानो कि परमात्मा के दर ते असीं पहुँचना करिए ना, वो जीव जड़ा परमात्मा के दर ते प्रवान हो जाता। क्योंकि परमात्मा के हुक्म विच, उसकी रजा दे विच, उसके भाने दे विच केवल तो केवल नेक कर्म नूं थां दित्ती है, रब्बी गुणां नूं थां दित्ती है, सच नूं थां दित्ती है। ऐसा मालक अकाल पुरख वाहिगुरू साडे ते किरपा करे। मगर उत्थे नाल ही नाल उस परमात्मा के हुक्म, उसका रजा, उसकी भाने की समझ कदों आ सकती है? वो केवल तो केवल गुरु के राही सानू समझ लग सकती है। क्योंकि गुरु मानो कि एक बसीठ है,
ਇੱਕ ਵਿਚੋਲਾ ਹੈ। ਅਸੀਂ ਪੜ੍ਹਦੇ ਆ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੇਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਿਆਂ ਕਾ ਬਸੀਠ। ਦਰਗਾਹ ਦੇ ਵਿੱਚ ਜਿਹੜਾ ਸਾਡਾ ਬਸੀਠ, ਸਾਡਾ ਜਿਹੜਾ ਵਿਚੋਲਾ ਗੁਰੂ ਹੈ, ਕਿਉਂਕਿ ਗੁਰੂ ਦੇ ਰਾਹੀਂ ਸਾਨੂੰ ਉਸ ਮਾਲਕ ਦੇ ਹੁਕਮ ਦੀ ਸਮਝ ਆਵੇਗੀ, ਰਜ਼ਾ ਭਾਣੇ ਦੀ ਸਮਝ ਆਵੇਗੀ, ਉਹਦੇ ਗਿਆਨ ਦੀ ਸਮਝ ਆਵੇਗੀ। ਤੇ ਜਦੋਂ ਅਸੀਂ ਗੁਰੂ ਨਾਲ ਜੁੜ ਗਏ, ਮਾਨੋ ਅਸੀਂ ਪ੍ਰਭੂ ਨਾਲ ਜੁੜ ਗਏ। ਗੁਰੂ ਦੇ ਰਾਹੀਂ ਸਾਨੂੰ ਪ੍ਰਭੂ ਦਾ ਗਿਆਨ ਜਿਹੜਾ ਪ੍ਰਾਪਤ ਹੁੰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।